नासरो मंसूर गुर गोबिंद सिंह, एज दी मंजूर गुर गोबिंद सिंह, हक रा गंजूर गुर गोबिंद सिंह, जुमला फैज नूर गुर गोबिंद सिंह, हक हक आगाह गुर गोबिंद सिंह, शाह शाहन शाह गुर गोबिंद सिंह। गुरु प्यारी साध संगत जीओ, अज असी धन धन गुरु गोबिंद सिंह सच्चे पातशाह जी के जीवन उपर कुछ विचारां आप जी नाल सांझियां करनियां ने। गुरु गोबिंद सिंह सच्चे पातशाह जी मनुखता के रहबर, जो जुल्म के खिलाफ, जुल्म की चुल्ली हनेरी के खिलाफ जिन्हां ने अपनी शमशीर उठाई ते इस जो अत्याचार के शिकार हो रही सी हिंदुस्तान की जनता, उन्हां दे भले वास्ते उन्हां ने अपना पूरा परिवार वार के इस मनुखता के उपर बेअंत बेअंत कल्याण किते। ऐसे गुरु गोबिंद सिंह सच्चे पातशाह जी जिन्हां दा जीवन अज असी विचारना है। आओ इतिहासक विचारां आरंभ करन तो पहला गुरु पातशाह जी की बख्शी हुई फतेह नाल सांझ पाईए। आखो जी वाहिगुरु जी का खालसा, वाहिगुरु जी की फतेह। गुरु गोबिंद सिंह सच्चे पातशाह जी जिन्हां दा प्रकाश गुरु तेग बहादुर साहब सच्चे पातशाह जी नामी पातशाही ते माता गुजरी जी उन्हां दे गृह विखे पटना, जो कि अजकल बिहार की राजधानी है, उस नगर दे विच जिसनूं गुरु नानक साहब सच्चे पातशाह जी ने भी अपने चरणों की सोभ बख्शी सी, ते जिथे पहला भी महात्मा बुद्ध वर्गे महात्मा उस इलाके विच विचर चुके सन, उस पवित्र नगरी दे विच गुरु गोबिंद सिंह सच्चे पातशाह जी का जो अवतार है, पातशाह जी अवतार धारते ने। 1666 ਦੇ ਵਿੱਚ गुरु गोबिंद सिंह सच्चे पातशाह जी का प्रकाश ਹੁੰਦਾ है। ਤੇ गुरु गोबिंद सिंह सच्चे पातशाह जी ਜਦੋਂ ਅਜੇ ਬਾਲ ਵਿਵਸਥਾ ਦੇ ਵਿੱਚ ਅਵਸਥਾ ਵਿੱਚ ਗੁਜ਼ਰ ਰਹੇ ਨੇ, ਤਾਂ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਬੇਅੰਤ ਜੋ ਘਟਨਾਵਾਂ ਨੇ ਉਹ ਮਿਲਦੀਆਂ ਨੇ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ, ਉਹਨਾਂ ਦਿਨਾਂ ਦੇ ਵਿੱਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਮਾਤਾ ਗੁਜਰੀ ਜੀ ਤੇ ਉਹਨਾਂ ਦੇ ਆਪਣੇ ਮਾਤਾ ਨਾਨਕੀ ਜੀ ਤੇ ਹੋਰ ਜੋ ਪਰਿਵਾਰ ਦੇ ਨਾਲ ਸਿੱਖ ਸੰਗਤਾਂ ਪੰਜਾਬ ਤੋਂ ਗਈਆਂ ਸਨ, ਉਹਨਾਂ ਨੂੰ ਪਟਨੇ ਵਿਖੇ ਛੱਡ ਕੇ ਤੇ ਆਪ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਅਸਾਮ ਤੇ ਉਸ ਤੋਂ ਅੱਗੇ ਢਾਕੇ ਤੱਕ ਪਹੁੰਚਦੇ ਨੇ। ਗੁਰੂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਅਸਾਮ ਵਿੱਚ ਨੇ ਤੇ ਖਬਰ ਪਹੁੰਚਦੀ ਏ ਕਿ ਬਾਲਕ ਨੇ ਜਨਮ ਲਿਆ ਏ। ਗੁਰੂ ਪਾਤਸ਼ਾਹ ਜੀ ਆਪਣੇ ਜਿਸ ਮਿਸ਼ਨ ਦੇ ਲਈ ਉਸ ਨਗਰ ਵਿੱਚ ਗਏ ਸਨ, ਉਸ ਮਿਸ਼ਨ ਨੂੰ ਬਿਨਾਂ ਪੂਰੀਆਂ ਕੀਤਿਆਂ ਵਾਪਸ ਨਹੀਂ ਮੁੜੇ। ਉਹਨਾਂ ਨੇ ਆਪਣਾ ਉਹ ਕਾਜ ਪੂਰੇ ਕੀਤੇ, ਆਪਣੇ ਕੰਮ ਕੀਤੇ ਤੇ ਕੋਈ 3 ਜਾਂ 3.5 ਸਾਲ ਬਾਅਦ ਜਾ ਕੇ ਉਹ ਜਦੋਂ ਵਾਪਸ ਆਉਂਦੇ ਨੇ ਤੇ ਬਾਲ ਗੋਬਿੰਦ ਨਾਲ ਮੁਲਾਕਾਤ ਹੁੰਦੀ ਹੈ, ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਹੈ। ਗੋਬਿੰਦ ਰਾਏ ਜੀ ਆਪਣੇ ਪਿਤਾ ਜੀ ਨੂੰ ਮਿਲਦੇ ਨੇ, ਬੜੀ ਛੋਟੀ ਅਵਸਥਾ ਹੈ, ਔਰ ਇੰਨੇ ਸਾਲਾਂ ਦੇ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਦੇ ਨਾਲ ਮਿਲਾਪ ਕਰਦੇ ਨੇ। ਉਹ ਘਟਨਾ, ਉਹ ਜੋ ਦ੍ਰਿਸ਼ ਹੈ, ਉਹ ਬੜਾ ਦਿਲ ਨੂੰ ਮੋਹ ਲੈਣ ਵਾਲਾ ਹੈ। ਗੁਰੂ ਪਾਤਸ਼ਾਹ ਜੀ ਆਪਣੇ ਬੱਚੇ ਨੂੰ ਪਿਆਰ ਕਰਦੇ ਨੇ, ਦੁਲਾਰ ਦਿੰਦੇ ਨੇ ਤੇ ਬੱਚੇ ਦੀ ਸ਼ਕਲ ਨੂੰ ਵੇਖ ਕੇ ਗਦ-ਗਦ ਹੋ ਉੱਠਦੇ ਨੇ। ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਉਦੋਂ ਨਾਮ ਗੋਬਿੰਦ ਰਾਏ ਹੈ, ਉਹਨਾਂ ਦਾ ਚਿਹਰਾ, ਉਹਨਾਂ ਦੀ ਸ਼ਕਲ ਦੇਖ ਕੇ ਇਹ ਅਨੁਭਵ ਕਰਦੇ ਨੇ ਕਿ ਇਹ ਜੋ ਬਾਲਕ ਹੈ ਬੜਾ ਤੇਜਸਵੀ ਤੇ ਬੜਾ ਹੋਣਹਾਰ ਹੈ। ਗੁਰੂ ਪਾਤਸ਼ਾਹ ਜੀ ਆਪਣੇ ਉਸ ਇਲਾਕੇ ਵਿੱਚ ਵਿਚਰਦੇ ਨੇ ਤੇ ਬਾਲ ਗੋਬਿੰਦ ਰਾਏ ਸੱਚੇ ਜੋ ਅਜੇ ਬਾਲ ਅਵਸਥਾ ਵਿੱਚ ਨੇ, ਉਹ ਵੀ ਉਸ ਨਗਰ ਦੇ ਵਿੱਚ ਰਹਿੰਦੇ ਨੇ। ਉੱਥੋਂ ਦੀਆਂ ਸੰਗਤਾਂ
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਆਨੰਦ ਮਾਣਦੀਆਂ ਨੇ। ਉਹਨਾਂ ਵਿੱਚੋਂ ਕੁਝ ਕੁ ਘਟਨਾਵਾਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਦੀਆਂ ਨੇ, ਕਿਉਂਕਿ ਗੋਬਿੰਦ ਰਾਏ ਜੀ ਤਾਂ ਪਟਨਾ ਸਾਹਿਬ ਵਿਖੇ ਹੀ ਰਹਿੰਦੇ ਨੇ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੰਜਾਬ ਵੱਲ ਪਰਤ ਆਉਂਦੇ ਨੇ। ਔਰ ਗੋਬਿੰਦ ਰਾਏ ਜੀ ਜਦੋਂ ਉਸ ਇਲਾਕੇ ਵਿੱਚ ਵਿਚਰਦੇ ਨੇ ਤਾਂ ਉਹ ਆਪਣੇ ਦੋਸਤਾਂ ਦੇ ਨਾਲ, ਆਪਣੀਆਂ ਹਾਣੀਆਂ ਦੇ ਨਾਲ ਉੱਥੇ ਕੌਤਕ ਰਚਦੇ ਨੇ। ਪਾਤਸ਼ਾਹ ਜੀ ਸ਼ੁਰੂ ਤੋਂ ਹੀ ਉਹਨਾਂ ਦੇ ਅੰਦਰ ਵੀਰ ਰਸ ਏ, ਉਹਨਾਂ ਦੇ ਅੰਦਰ ਬਲ ਏ, ਔਰ ਉਹ ਇੱਕ ਅਗੰਮੀ ਤਿਆਰੀ ਕਰ ਰਹੇ ਨੇ। ਉਹਨਾਂ ਨੇ ਕੀ ਕਰਦੇ ਨੇ, ਬਾਲਕਾਂ ਨੂੰ ਇਕੱਠੇ ਕਰਦੇ ਨੇ, ਬੱਚਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ 2 ਟੀਮਾਂ ਵਿੱਚ ਵੰਡ ਦਿੰਦੇ ਨੇ ਤੇ ਪਾਤਸ਼ਾਹ ਜੀ ਇੱਕ ਟੀਮ ਦੇ ਆਪ ਮੁਖੀ ਬਣ ਜਾਂਦੇ ਨੇ, ਨੇਤਾ ਬਣ ਜਾਂਦੇ ਨੇ ਤੇ ਉਹ ਝੂਠਾ ਯੁੱਧ ਹੁੰਦਾ ਹੈ। ਨਕਲੀ ਤਲਵਾਰਾਂ, ਨਕਲੀ ਤੀਰ ਕਮਾਨ ਤੇ ਹੋਰ ਸ਼ਸਤਰ ਜੋ ਬਣਾਏ ਹੋਏ ਨੇ ਉਹਨਾਂ ਦੇ ਨਾਲ ਜੰਗ ਚੱਲਦੀ ਹੈ ਤੇ ਫਿਰ ਜਿਹੜੀ ਵੀ ਧਿਰ ਜਿੱਤਦੀ ਏ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਤੇ ਸ਼ਾਮ ਨੂੰ ਫਿਰ ਮਾਤਾ ਗੁਜਰ ਕੌਰ ਜੀ ਤੇ ਮਾਤਾ ਨਾਨਕੀ ਜੀ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਤੇ ਮਠਿਆਈਆਂ ਬਣਾ ਕੇ ਖਵਾਉਂਦੇ ਨੇ। ਇਹ ਉੱਥੋਂ ਦਾ ਵਾਤਾਵਰਣ ਨੇ, ਉੱਥੋਂ ਦਾ ਮਾਹੌਲ ਹੈ। ਇੱਕ ਪੰਡਤ ਜੀ ਨੇ, ਪੰਡਤ ਸ਼ਿਵਦੱਤ ਜੀ, ਜਿਹੜੇ ਬੜੇ ਹੀ ਸਾਲਾਂ ਤੋਂ ਜਮਨਾ ਦੇ ਕੰਢੇ ਤੇ ਬਹਿ ਕੇ ਤਪੱਸਿਆ ਕਰਦੇ ਨੇ, ਉਹ ਪਰਮਾਤਮਾ ਨੂੰ ਯਾਦ ਕਰਦੇ ਨੇ, ਪਰ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਰਿਹਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਇੱਕ ਵਾਰੀ ਖੇਡਦਿਆਂ ਉਸਦੇ ਕੋਲ ਚਲੇ ਜਾਂਦੇ ਨੇ ਤਾਂ ਪੰਡਤ ਸ਼ਿਵਦੱਤ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਚਿਹਰਾ ਮੋਹਰਾ ਦੇਖ ਕੇ ਗਦ-ਗਦ ਹੋ ਉੜਦੇ ਨੇ। ਉਹਨਾਂ ਨੂੰ ਇਵੇਂ ਅਨੁਭਵ ਹੁੰਦਾ ਹੈ ਕਿ ਜਿਵੇਂ ਉਹਨਾਂ ਨੇ ਪਰਮਾਤਮਾ ਦੇ ਅਕਾਲ ਪੁਰਖ ਦੇ ਦਰਸ਼ਨ ਕਰ ਲਏ ਹੋਣ। ਜੋ ਉਹਨਾਂ ਦੀ ਤਪਸ ਸੀ, ਜੋ ਉਹਨਾਂ ਦੇ ਅੰਦਰ ਵਲਵਲੇ ਸਨ, ਉਹ ਸ਼ਾਂਤ ਹੋ ਗਏ, ਮਨ ਨਿਰਮਲ ਹੋ ਗਿਆ, ਮਨ ਵਿੱਚ ਟਿਕਾਓ ਆ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਾ ਕੇ ਉਹ ਧੰਨ ਧੰਨ ਕਰ ਉੱਠਿਆ। ਉਸੇ ਹੀ ਇਲਾਕੇ ਦਾ ਜੋ ਰਾਜਾ ਹੈ, ਜਿਹਨੂੰ ਮੈਣੀ ਕਰਕੇ ਲਿਖਿਆ ਹੈ, ਫਤਿਹ ਸ਼ਾਹ ਮੈਣੀ, ਤੇ ਉਸ ਦੀ ਪਤਨੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਕਿਸੇ ਬਾਲਕ ਨੇ ਅਵਤਾਰ ਨਹੀਂ ਲਿਆ, ਬਾਲਕ ਨੇ ਜਨਮ ਨਹੀਂ ਲਿਆ ਤੇ ਉਹਨਾਂ ਦੇ ਦਿਲ ਦੀ ਇੱਛਾ ਹੈ ਕਿ ਉਹਨਾਂ ਦੇ ਘਰ ਵੀ ਕੋਈ ਪੁੱਤਰ ਪੈਦਾ ਹੋਵੇ। ਸ਼ਿਵਦੱਤ ਦੇ ਕੋਲ ਆਉਂਦੇ ਨੇ, ਆ ਕੇ ਆਪਣੀ ਅਰਜ਼ ਰੱਖਦੇ ਨੇ, ਆਪਣਾ ਦੁੱਖ ਜੋ ਸੰਤਾਪ ਹੈ ਉਹ ਸੁਣਾਉਂਦੇ ਨੇ। ਪੰਡਤ ਸ਼ਿਵਦੱਤ ਜੀ ਦੱਸਦੇ ਨੇ ਕਿ ਜਿਨੇ ਮੇਰੇ ਮਨ ਨੂੰ ਠਾਰਿਆ ਹੈ, ਜਿਨੇ ਮੇਰੇ ਤਪਦੇ ਹਿਰਦੇ ਨੂੰ ਠੰਡਾ ਕੀਤਾ ਹੈ, ਕਿਉਂ ਨਹੀਂ ਤੁਸੀਂ ਵੀ ਉਹਦੇ ਕੋਲ ਜਾਂਦੇ। ਗੋਬਿੰਦ ਰਾਏ ਜੀ, ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ, ਉਹ ਤੁਹਾਡੀ ਇਹ ਕਾਮਨਾ ਪੂਰੀ ਕਰ ਸਕਦੇ। ਮੈਣੀ ਪਰਿਵਾਰ, ਪਤੀ ਪਤਨੀ ਵਾਪਸ ਆਪਣੇ ਗ੍ਰਹਿ ਆਉਂਦੇ ਨੇ ਤੇ ਦਿਲ ਵਿੱਚ ਇੱਛਾ ਰੱਖਦੇ ਨੇ ਕਿ ਉਹਨਾਂ ਦਾ ਮਿਲਾਪ ਗੋਬਿੰਦ ਰਾਏ ਜੀ ਨਾਲ ਹੋਵੇ। ਤੇ ਇੱਕ ਦਿਨ ਘਟਨਾ ਵਾਪਰਦੀ ਹੈ। ਮੈਣੀ ਆਪਣੇ ਮਹਿਲ ਦੇ ਵਿੱਚ ਬੈਠੀ ਹੋਈ ਹੈ, ਕੀ ਦੇਖਦੀ ਹੈ, ਗੋਬਿੰਦ ਰਾਏ ਜੀ ਤੇ ਉਹਨਾਂ ਦੇ ਸੰਗੀ ਸਾਥੀ ਖੇਡਦੇ ਉਹਨਾਂ ਦੇ ਘਰ ਆ ਰਹੇ ਨੇ ਤੇ ਦਰਵਾਜ਼ੇ ਤੋਂ ਸਿੱਧੇ ਮੈਣੀ ਦੀ ਗੋਦੀ ਵਿੱਚ ਆ ਕੇ ਬੈਠ ਜਾਂਦੇ। ਮਾਂ ਕਹਿ ਕੇ ਪੁਕਾਰਦੇ ਨੇ, ਹਿਰਦਾ ਠਰਦਾ ਹੈ। ਆਪਣੇ ਪਤੀ ਨੂੰ ਕਹਿੰਦੀ ਹੈ ਕਿ ਇਹਨਾਂ ਦੇ ਲਈ ਮਠਿਆਈਆਂ ਤੇ ਹੋਰ ਪਕਵਾਨਾਂ ਦਾ ਪ੍ਰਬੰਧ ਕੀਤਾ ਜਾਏ। ਬਾਲ ਗੋਬਿੰਦ ਰਾਏ ਜੀ ਕਹਿੰਦੇ ਨੇ, ਮਾਤਾ ਬਾਹਰੋਂ ਕੋਈ ਮਠਿਆਈਆਂ ਮੰਗਵਾਉਣ ਦੀ ਲੋੜ ਨਹੀਂ, ਜੋ ਪਕਵਾਨ ਤੁਸੀਂ ਘਰ ਵਿੱਚ ਬਣਾਏ ਨੇ ਉਹ ਹੀ ਸਾਨੂੰ ਖਾਣ ਲਈ ਦਿੱਤੇ ਜਾਣ। ਤੇ ਉਸ ਦਿਨ ਘਰ ਵਿੱਚ ਪੂਰੀਆਂ ਤੇ ਛੋਲੇ ਬਣੇ ਸਨ ਤੇ ਉਹੀ ਜੋ ਲੰਗਰ ਹੈ, ਉਹੀ ਪ੍ਰਸ਼ਾਦ ਜੋ ਹੈ, ਉਹ ਉਸ ਰਾਣੀ ਨੇ ਬਾਲਕ ਗੋਬਿੰਦ ਰਾਏ ਜੀ ਅਤੇ ਉਹਨਾਂ ਦੇ ਸੰਗੀਆਂ ਸਾਥੀਆਂ ਨੂੰ ਦਿੱਤੇ ਖਾਣ ਵਾਸਤੇ। ਅੱਜ ਤੱਕ ਇਹ ਪਰੰਪਰਾ ਚੱਲੀ ਆ ਰਹੀ ਹੈ। ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਘਰ ਵਿੱਚ ਡੇਰਾ ਲਾਇਆ ਸੀਗਾ ਮੈਣੀ ਪਰਿਵਾਰ ਦੇ,
ਉੱਥੇ ਅੱਜ ਵੀ ਲੰਗਰ ਦੇ ਵਿੱਚ ਉਹ ਛੋਲਿਆਂ ਦੀ ਤੇ ਪੂਰੀਆਂ ਦਾ ਲੰਗਰ ਜੋ ਹੈ ਉਹ ਚੱਲਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਗ੍ਰਹਿ ਵਿਖੇ ਆਉਂਦੇ ਨੇ ਤੇ ਮਾਤਾ ਗੁਜਰ ਕੌਰ ਜੀ ਜੋ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦਾ ਵੇਟ ਕਰ ਰਹੇ ਨੇ। ਔਰ ਤੁਸੀਂ ਇੱਕ ਚੀਜ਼ ਹੋਰ ਦੇਖਣੀ ਕਿ ਜੋ ਪਟਨਾ ਸਾਹਿਬ ਵਿਖੇ ਰਹਿਰਾਸ ਸਾਹਿਬ ਦਾ ਜੋ ਸਮਾਂ ਹੈ ਉਹ ਆਮ ਗੁਰਦੁਆਰਿਆਂ ਨਾਲੋਂ ਥੋੜਾ ਕੁ ਲੇਟ ਚੱਲਦਾ ਹੈ। ਉਹਦਾ ਕਾਰਨ ਵੀ ਇਹੀ ਹੈ, ਕਿਹਾ ਜਾਂਦਾ ਹੈ, ਇਤਿਹਾਸ ਲਿਖਦਾ ਹੈ ਕਿ ਬਾਲਕ ਗੋਬਿੰਦ ਰਾਏ ਜੀ ਬੱਚਿਆਂ ਨਾਲ ਜਦੋਂ ਖੇਡਦੇ ਸਨ ਤੇ ਵਾਪਸੀ ਆਉਣ ਦੇ ਉੱਤੇ ਹੀ ਜੋ ਰਹਿਰਾਸ ਸਾਹਿਬ ਦਾ ਪਾਠ ਸੀ ਉਹ ਸ਼ੁਰੂ ਕੀਤਾ ਜਾਂਦਾ ਸੀ, ਜਿਸ ਕਰਕੇ ਆਮ ਗੁਰਦੁਆਰਿਆਂ ਨਾਲੋਂ ਪਟਨਾ ਸਾਹਿਬ ਵਿਖੇ ਅੱਜ ਵੀ ਰਹਿਰਾਸ ਸਾਹਿਬ ਦਾ ਜੋ ਪਾਠ ਹੈ ਉਹ ਕੁਝ ਸਮਾਂ ਦੇਰੀ ਦੇ ਨਾਲ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਪਟਨੇ ਦੇ ਵਿੱਚ ਜੋ ਇਹ ਦਿਨ ਨੇ ਇਹ ਚੱਲਦੇ ਗਏ ਤੇ ਅਖੀਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੋ ਕਿ ਆਪਣੇ ਪਰਿਵਾਰ ਨੂੰ ਵਾਪਸ ਪੰਜਾਬ ਮੰਗਾਉਣਾ ਚਾਹੁੰਦੇ ਸਨ ਤੇ ਉਹਨਾਂ ਨੇ ਅੱਗੋਂ ਆ ਕੇ ਉਹ ਸਾਰੇ ਇੰਤਜ਼ਾਮ ਕੀਤੇ ਸਨ ਜਿਸ ਚੀਜ਼ ਦੀ ਜ਼ਰੂਰਤ ਸੀ। ਪਾਤਸ਼ਾਹ ਜੀ ਆਪਣੇ ਪਰਿਵਾਰ ਨੂੰ ਜਦੋਂ ਵਾਪਸ ਮੰਗਵਾਉਂਦੇ ਨੇ ਤਾਂ ਸਾਰੇ ਪਟਨਾ ਸ਼ਹਿਰ ਦੇ ਵਿੱਚ ਇੱਕ ਸੋਗ ਦੀ ਲਹਿਰ ਦੌੜ ਜਾਂਦੀ ਹੈ, ਕਿਉਂਕਿ ਜੋ ਉੱਥੋਂ ਦੀਆਂ ਸੰਗਤਾਂ ਨੇ ਉਹਨਾਂ ਦਾ ਬੇਅੰਤ ਮੋਹ ਜੋ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਪੈ ਚੁੱਕਾ ਹੈ। ਇੱਥੋਂ ਤੱਕ ਕਿ ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਮੁਸਲਮਾਨ ਹੈ, ਸਾਰੇ ਹੀ ਗੁਰੂ ਘਰ ਦੇ ਨਾਲ ਗੋਬਿੰਦ ਰਾਏ ਜੀ ਨਾਲ ਬੇਅੰਤ ਪਿਆਰ ਕਰਦੇ ਨੇ। ਜਿਨ੍ਹਾਂ ਵਿੱਚੋਂ ਰਹੀਮ ਬਖਸ਼ ਤੇ ਕਰੀਮ ਬਖਸ਼ ਜੋ ਦੋ ਮੁਸਲਮਾਨ ਭਰਾ ਨੇ, ਜਿਨ੍ਹਾਂ ਨੇ ਆਪਣੇ ਬਾਗ ਵੀ ਗੁਰੂ ਦੇ ਨਾਂ ਕਰ ਦਿੱਤੇ ਸਨ, ਗੁਰੂ ਨੂੰ ਭੇਟ ਕਰ ਦਿੱਤੇ ਸਨ, ਉਹ ਵੀ ਬੇਅੰਤ ਪਿਆਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਰਦੇ ਨੇ। ਤੇ ਜਦੋਂ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਤੁਰਨ ਦਾ, ਰੱਥ ਡੋਲੇ ਤੇ ਹੋਰ ਪਾਲਕੀ ਆਦਿ ਸਮਾਨ, ਤਾਂ ਉਹ ਸਾਰਾ ਦ੍ਰਿਸ਼ ਦੇਖ ਕੇ ਇੱਕ ਬੰਨੇ ਬਾਲਕ ਗੋਬਿੰਦ ਰਾਏ ਜੀ ਨੂੰ ਆਪਣੇ ਪਿਤਾ ਦੇ ਨਾਲ, ਕਿਉਂਕਿ ਉਹਨਾਂ ਦਾ ਆਪਣੇ ਪਿਤਾ ਨਾਲ ਮਿਲਾਪ ਹੋਣਾ ਹੈ, ਖੁਸ਼ੀ ਵੀ ਹੈ, ਤੇ ਦੂਜਾ ਉਹ ਜੋ ਸੰਗਤਾਂ ਨੇ ਉਹਨਾਂ ਦਾ ਪਿਆਰ ਵੀ ਦੇਖ ਰਹੇ ਨੇ। ਪਰ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਬਖਸ਼ਿਸ਼ਾਂ ਕਰਦੇ ਨੇ ਕਿ ਜਦੋਂ ਮੈਣੀ ਨੂੰ ਕਹਿੰਦੇ ਨੇ ਕਿ ਜਦੋਂ ਤੂੰ ਇਹਨਾਂ ਨੂੰ ਬੱਚਿਆਂ ਨੂੰ ਪ੍ਰਸ਼ਾਦਾ ਛਕਾਏਂਗੀ ਤੇ ਇਹਨਾਂ ਵਿੱਚ ਤੂੰ ਸਾਡਾ ਹੀ ਦਰਸ਼ਨ ਕਰੇਂਗੀ। ਇਸ ਤਰ੍ਹਾਂ ਸਾਰਿਆਂ ਉੱਤੇ ਰਹਿਮਤਾਂ ਕਰਕੇ ਬਰਕਤਾਂ ਬਖਸ਼ ਕੇ ਉਹਨਾਂ ਨੂੰ ਪਾਤਸ਼ਾਹ ਜੀ ਜਦੋਂ ਚੱਲਦੇ ਨੇ ਤਾਂ ਕੁਝ ਦੇਰੀ ਦੂਰ ਤੱਕ ਜੋ ਸੰਗਤਾਂ ਨੇ ਉਹ ਵੀ ਉਹਨਾਂ ਦੇ ਪਿੱਛੇ ਪਿੱਛੇ ਆਉਂਦੀਆਂ ਨੇ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਰਾਏ ਜੀ ਨੂੰ, ਗੋਬਿੰਦ ਸਿੰਘ ਜੀ ਨੂੰ ਤੋਰਨ ਵਾਸਤੇ ਜੋ ਉਹ ਸੰਗਤਾਂ ਨੇ ਉਹ ਆਉਂਦੀਆਂ ਨੇ। ਸੋ ਇਹ ਜੋ ਦ੍ਰਿਸ਼ ਹੈ ਇਹ ਬੜਾ ਦਿਲ ਨੂੰ ਮੋਹ ਲੈਣ ਵਾਲਾ ਹੈ, ਬੜਾ ਪਿਆਰਾ ਦ੍ਰਿਸ਼ ਹੈ। ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਆਪਣੇ ਵਤਨ ਪੰਜਾਬ ਵੱਲ ਨੂੰ ਤੁਰ ਪੈਂਦੇ ਨੇ ਤੇ ਫਿਰ ਇੱਕ ਦਿਨ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਵਿਖੇ ਪਹੁੰਚ ਜਾਂਦੇ। ਆਨੰਦਪੁਰ ਜੋ ਕਿ ਪਹਿਲਾ ਨਾਂ ਜਿਸ ਦਾ ਮੱਖੋਵਾਲ ਹੈ, ਔਰ ਇਸ ਨਗਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰਸਾਇਆ ਸੀਗਾ। ਇਸ ਨਗਰ ਦੀ ਜੋ ਨੀਂਹ ਹੈ ਉਹ ਗੁਰੂ ਤੇਗ ਬਹਾਦਰ ਜੀ ਨੇ ਰੱਖੀ ਸੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀਵਾਨ ਲਾ ਕੇ ਬੈਠਦੇ ਨੇ, ਸੰਗਤਾਂ ਹੁਮਾ ਕੇ ਪੂਰੇ ਪੰਜਾਬ ਤੋਂ ਹੀ ਦਰਸ਼ਨਾਂ ਲਈ ਆਉਂਦੀਆਂ ਨੇ। ਔਰ ਗੁਰੂ ਤੇਗ ਬਹਾਦਰ ਜੀ ਦੀ ਅਵਸਥਾ ਕੋਈ 9 ਸਾਲ ਦੀ ਹੈ ਤੇ ਇੱਕ ਘਟਨਾ ਵਾਪਰਦੀ ਹੈ। ਔਰੰਗਜ਼ੇਬ ਦੇ ਜੋ ਜ਼ੁਲਮ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਨੇ, ਲੋਕ ਅਤਿਅੰਤ ਦੁਖੀ ਹੋ ਜਾਂਦੇ ਨੇ। ਔਰ ਦੁੱਖਾਂ ਤਕਲੀਫਾਂ ਦੇ ਵਿੱਚ ਜਦੋਂ ਇੰਨਾ ਜ਼ਿਆਦਾ ਸੰਕਟ ਧਰਮ ਤੇ ਆ ਪੈਂਦਾ ਹੈ ਕਿ ਉਹਨਾਂ ਨੂੰ ਆਪਣਾ ਧਰਮ ਪਰਿਵਰਤਨ ਕਰਨਾ ਪੈਂਦਾ ਹੈ। ਔਰ ਧਰਮ ਪਰਿਵਰਤਨ ਜੋ ਨਹੀਂ ਕਰਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਜਾਂ ਉਹਨਾਂ ਦਾ ਜੋ ਘਰ ਹੈ ਜਾਇਦਾਦ ਹੈ ਉਹ ਜ਼ਬਤ ਕਰ ਲਈ ਜਾਂਦੀ ਹੈ। ਉਹ ਲੋਕ ਬੇਹੱਦ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਦੇ ਕੋਲ ਆਪਣੀ ਅਰਜ਼ੋਈ ਲੈ ਕੇ ਆਉਂਦੇ ਨੇ। 9 ਸਾਲ ਦੀ ਅਵਸਥਾ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਨੂੰ ਸ਼ਹੀਦੀ ਦੇ ਲਈ ਆਨੰਦਪੁਰ ਤੋਂ ਦਿੱਲੀ ਵੱਲ ਤੋਰ ਦਿੱਤਾ। ਹੁਣ ਇਹ ਉਹ ਦਿਨ ਨੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਦਾ ਪਿਆਰ, ਆਪਣੇ ਪਿਤਾ ਦੇ ਨਾਲ ਦੁਲਾਰ ਕਰ ਰਹੇ ਨੇ। ਔਰ ਇੰਨੇ ਸਾਲਾਂ ਪਿੱਛੋਂ ਉਹਨਾਂ ਨੂੰ ਸਮਾਂ ਮਿਲਿਆ ਸੀ ਕਿ ਉਹ ਆਪਣੇ ਪਿਤਾ ਦੇ ਨਾਲ ਸਮਾਂ ਬਤੀਤ ਕਰਦੇ। ਪਰ ਇਸ ਸਮੇਂ ਜ਼ੁਲਮ ਜੋ ਹਕੂਮਤ ਵੱਲੋਂ ਕੀਤੀ ਜਾ ਰਹੀ ਉਹਦੇ ਨਾਲ ਟੱਕਰ ਲੈਣ ਵਾਸਤੇ ਉਹ ਆਪਣੇ ਇਹ ਕੀਮਤੀ ਪਲ ਵੀ ਜੋ ਨੇ
ਉਹ ਕੁਰਬਾਨ ਕਰ ਦਿੰਦੇ ਨੇ, ਆਪਣੇ ਪਿਤਾ ਨੂੰ ਕੁਰਬਾਨ ਕਰ ਦਿੰਦੇ ਨੇ। ਗੁਰੂ ਤੇਗ ਬਹਾਦਰ ਜੀ ਜਦੋਂ ਇਹ ਸਮਝਦੇ ਨੇ ਕਿ ਹੁਣ ਬਾਲਕ ਗੋਬਿੰਦ ਰਾਏ ਜੀ ਧਰਮ ਦੀ ਵਾਗਡੋਰ ਸੰਭਾਲਣ ਦੇ ਲਾਇਕ ਹੋ ਗਏ ਨੇ, ਤੇ ਸਾਨੂੰ ਹੁਣ ਧਰਮ ਦੀ ਖਾਤਰ, ਜ਼ੁਲਮਾਂ ਟੱਕਰ ਲੈਣ ਦੀ ਖਾਤਰ ਇਹ ਕੁਰਬਾਨੀ, ਇਹ ਸ਼ਹੀਦੀ ਦੇਣੀ ਹੋਏਗੀ, ਤਾਂ ਉਹ ਸ਼ਹੀਦੀ ਵਾਸਤੇ ਦਿੱਲੀ ਆ ਜਾਂਦੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਸੀਸ ਦਿੱਲੀ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਲ ਪਹੁੰਚਦਾ ਹੈ, ਤਾਂ ਕੋਈ ਉਹਨਾਂ ਦੀ ਅਵਸਥਾ ਜ਼ਿਆਦਾ ਨਹੀਂ ਹੈ, ਬਹੁਤ ਛੋਟੀ ਅਵਸਥਾ, 9 ਸਾਲ ਦੇ ਨੇ, ਤੇ ਉਹਨਾਂ ਦੀ ਗੋਦੀ ਦੇ ਵਿੱਚ ਪਿਤਾ ਦਾ ਸੀਸ ਹੈ। ਉਹ ਦ੍ਰਿਸ਼ ਦੇਖ ਕੇ ਦਿਲ ਨੂੰ ਹੌਲ ਪੈਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਨੂੰ ਕਿਵੇਂ ਹੰਢਾਇਆ ਹੋਵੇਗਾ। ਔਰ ਇਹ ਤਾਂ ਅਜੇ ਸ਼ੁਰੂਆਤ ਹੋਈ ਹੈ, ਉਹਨਾਂ ਦੇ ਖਾਨਦਾਨ ਵਿੱਚ ਤਾਂ ਅਜੇ ਬਹੁਤ ਸ਼ਹੀਦੀਆਂ, ਕੁਰਬਾਨੀਆਂ ਅਜੇ ਹੋਣੀਆਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੰਥ ਦੀ ਵਾਗਡੋਰ ਸੰਭਾਲਦੇ ਨੇ, ਤਾਂ ਜੋ ਲਾਗੇ ਨਾਲ ਦੇ ਨਗਰ ਨੇ, ਪਹਾੜੀ ਇਲਾਕੇ, ਉਹ ਗੁਰੂ ਘਰ ਦੇ ਵਿਰੋਧੀ ਹੋ ਜਾਂਦੇ ਨੇ। ਗੁਰੂ ਸਾਹਿਬ ਜੀ ਨੂੰ ਭੰਗਾਣੀ ਦਾ ਯੁੱਧ ਲੜਨਾ ਪਿਆ, ਔਰ ਇਸ ਯੁੱਧ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੋ ਸਿੱਖਾਂ ਨੇ ਸੂਰਬੀਰਤਾ ਦੇ ਜੋ ਦ੍ਰਿਸ਼ ਪੇਸ਼ ਕੀਤੇ, ਉਹ ਬੇਮਿਸਾਲ ਸਨ। ਉਦਾਸੀਆਂ ਵੱਲੋਂ ਜੋ ਉਹਨਾਂ ਦੇ ਬਹੁਤ ਸਾਰੇ ਉਦਾਸੀ ਵੀ ਨਾਲ ਰਹਿ ਰਹੇ ਸਨ, ਕੋਈ 400 ਦੇ ਕਰੀਬ, 700 ਦੇ ਕਰੀਬ ਕੋਈ ਮੁਰੀਦ ਸਨ, ਪੀਰ ਬੁੱਧੂ ਸ਼ਾਹ ਨੇ ਭੇਜੇ ਸਨ, ਪਠਾਨ ਭੇਜੇ ਸਨ। ਤੇ ਉਹ ਜੋ 700 ਪਠਾਨ ਸਨ, ਉਹ ਵੀ ਤੇ ਜੋ ਉਦਾਸੀ ਵੀ ਜਦੋਂ ਭੱਜ ਜਾਂਦੇ ਨੇ, ਤਾਂ ਇਹ ਸਾਰੀ ਕਮਾਂਡ ਫਿਰ ਗੁਰੂ ਕੇ ਸਿੱਖ ਤੇ ਪੀਰ ਬੁੱਧੂ ਸ਼ਾਹ ਆਪ ਆ ਕੇ ਸੰਭਾਲਦੇ ਨੇ। ਪੀਰ ਬੁੱਧੂ ਸ਼ਾਹ ਆਪਣੇ ਨਾਲ 400 ਮੁਰੀਦ ਲੈ ਕੇ ਆਉਂਦੇ ਨੇ, ਔਰ ਉਹ 400 ਮੁਰੀਦ ਗੁਰੂ ਘਰ ਦੇ ਲਈ ਲੜਦੇ ਨੇ, ਤੇ ਗੁਰੂ ਸਾਹਿਬ ਜੀ ਦੇ ਆਪਣੇ ਜੋ ਸਿੱਖ ਨੇ, ਉਹ ਆਪਣੀਆਂ ਜਾਨਾਂ ਨੂੰ ਤਲੀ ਤੇ ਰੱਖ ਕੇ, ਆਪਣੇ ਸੀਸ ਨੂੰ ਤਲੀ ਤੇ ਰੱਖ ਕੇ ਇਸ ਜੰਗ ਵਿੱਚ ਲੜਦੇ ਨੇ। ਕੋਈ ਬਹੁਤੇ ਵਧੀਆ ਹਥਿਆਰ ਨਹੀਂ ਹੈ ਸਿੱਖਾਂ ਕੋਲ, ਕਿਸੇ ਕੋਲ ਡਾਂਗ ਹੈ, ਕਿਸੇ ਕੋਲ ਛੋਟਾ ਹੈ, ਤੇ ਕਿਸੇ ਕੋਲ ਵਰਸ਼ਾ ਹੈ, ਤੇ ਕਿਸੇ ਕੋਲ ਕੜਛਾ ਹੈ। ਭਾਵ ਕਿ ਆਮ ਜੋ ਵਰਤਨ ਦੀਆਂ ਚੀਜ਼ਾਂ ਨੇ, ਉਹਨਾਂ ਨੂੰ ਹੀ ਹਥਿਆਰ ਬਣਾ ਕੇ ਲੜਨ ਦੇ ਲਈ ਉਹ ਸਾਰੇ ਸੂਰਬੀਰ ਆ ਗਏ। ਜਦੋਂ ਜੰਗ ਹੁੰਦਾ ਹੈ, ਔਰ ਜੰਗ ਦਾ ਜੋ ਦ੍ਰਿਸ਼ ਹੈ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਉਹ ਪਹਾੜੀ ਰਾਜੇ ਸਨ ਜਾਂ ਉਹਨਾਂ ਦੀ ਫੌਜ ਜਦੋਂ ਮਾਰੀ ਜਾਂਦੀ ਹੈ, ਤਾਂ ਉਹ ਭੱਜ ਪੁੱਟਦੇ। ਔਰ ਜੰਗ ਗੁਰੂ ਸਾਹਿਬਾਂ ਦੇ ਹੱਥ ਰਹਿੰਦੀ ਹੈ, ਗੁਰੂ ਸਾਹਿਬ ਜੰਗ ਜਿੱਤ ਲੈਂਦੇ ਨੇ। ਸਾਰੇ ਪਾਸੇ ਇਹ ਚਰਚਾ ਹੁੰਦੀ ਹੈ, ਔਰ ਜਿਹੜੇ ਪਹਾੜੀ ਰਾਜੇ ਨੇ ਜਾਂ ਹੋਰ ਲੋਕ ਜੋ ਉੱਥੇ ਰਹਿੰਦੇ ਨੇ, ਉਹਨਾਂ ਦੇ ਅੰਦਰ ਹੁਣ ਹੋਰ ਈਰਖਾ ਜੋ ਹੈ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਉਹ ਚਾਹੁੰਦੇ ਨੇ ਕਿ ਗੁਰੂ ਸਾਹਿਬ ਦੀ ਜਿਹੜੀ ਤਾਕਤ ਹੈ ਉਹਨੂੰ ਖਤਮ ਕੀਤਾ ਜਾਏ, ਪਰ ਗੁਰੂ ਘਰ ਜਿਹਦੇ ਵਿੱਚ ਨਗਾਰੇ ਵੱਜਦੇ ਨੇ, ਰਣਜੀਤ ਨਗਾਰਾ ਤਿਆਰ ਕੀਤਾ ਗਿਆ ਹੈ। ਔਰ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਇੱਕ ਖਾਸ ਰੂਪ ਦੇਣ ਵਾਸਤੇ, ਉਹਨਾਂ ਦੇ ਅੰਦਰ ਭਰਾਤਰੀ ਭਾਵ ਪੈਦਾ ਕਰਨ ਵਾਸਤੇ, ਉਹਨਾਂ ਵਿੱਚੋਂ ਊਚ ਨੀਚ, ਜਾਤ ਪਾਤ, ਇਹ ਸਾਰੇ ਵਿਤਕਰੇ ਖਤਮ ਕਰਨ ਵਾਸਤੇ 1699 ਦੀ ਵਿਸਾਖੀ ਨੂੰ ਇੱਕ ਅਦੁੱਤੀ ਕੰਮ ਕੀਤਾ। ਉਹਨਾਂ ਨੇ ਖਾਲਸੇ ਨੂੰ ਸਾਜਣ ਵਾਸਤੇ ਜੋ ਖੰਡੇ ਦੀ ਪਹੁਲ ਹੈ ਉਹ ਸਿੱਖਾਂ ਨੂੰ ਪਿਲਾਈ। ਦੂਰੋਂ ਨੇੜਿਓਂ ਸੰਗਤਾਂ ਹੁੰਮ ਹੁਮਾ ਕੇ ਪਹੁੰਚਦੀਆਂ ਨੇ। ਪੂਰੇ ਹਿੰਦੁਸਤਾਨ ਦੇ ਵਿੱਚੋਂ 5 ਸਿਰਾਂ ਦੀ ਮੰਗ ਕੀਤੀ ਜਾਂਦੀ ਹੈ, ਤੇ ਉਹਨਾਂ ਪੰਜਾਂ ਨੂੰ ਫਿਰ 5 ਕਕਾਰੀ ਵਰਦੀ ਪਹਿਨਾ ਕੇ ਖਾਲਸੇ ਦੇ ਸਾਹਮਣੇ, ਸਿੱਖਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਫਿਰ ਸ਼ੁਰੂ ਹੁੰਦੀ ਹੈ ਖੰਡੇ ਦੀ ਪਹੁਲ ਦੀ ਇਹ ਰਸਮ। 5 ਬਾਣੀਆਂ ਪੜ੍ਹ ਕੇ ਤਿਆਰ ਕੀਤੀ ਗਈ ਉਹ ਖੰਡੇ ਦੀ ਪਹੁਲ, ਜਿਹੜਾ ਵੀ ਛਕਦਾ ਹੈ, ਜਿਹੜਾ ਵੀ ਧਾਰਨ ਕਰਦਾ ਹੈ, ਉਹਦੇ ਅੰਦਰ ਅਜੀਬ ਸ਼ਕਤੀ ਆ ਜਾਂਦੀ ਹੈ। ਉਹ ਗੁਰੂ ਸਾਹਿਬ ਦੇ ਉੱਤੇ, ਉਹ ਜ਼ੁਲਮ ਦੇ ਖਿਲਾਫ, ਉਹ ਪਰਮਾਤਮਾ ਦੇ ਭਾਣੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਹੋ ਕੇ
ਉਹ ਹਰ ਜੰਗ ਵਿੱਚ ਲੜਦੇ ਨੇ ਔਰ ਫਤਿਹ ਪ੍ਰਾਪਤ ਕਰਦੇ ਨੇ। ਹੁਣ ਹੌਲੀ ਹੌਲੀ ਉਹ ਜੋ ਨਾਲ ਦੇ ਇਲਾਕਿਆਂ ਦੇ ਰਹਿਣ ਵਾਲੇ ਬਾਈ ਧਰ ਦੇ ਰਾਜੇ ਨੇ ਪਹਾੜੀ, ਉਹ ਗੁਰੂ ਘਰ ਦੇ ਪ੍ਰਤੀ ਈਰਖਾ ਉਹਨਾਂ ਦੀ ਹੋਰ ਜ਼ਿਆਦਾ ਪ੍ਰਬਲ ਹੋ ਜਾਂਦੀ ਹੈ। ਨਾਲ ਹਕੂਮਤ ਵੀ ਰਲ ਜਾਂਦੀ ਹੈ ਸਮੇਂ ਦੀ। ਮੁਗਲ ਬਾਦਸ਼ਾਹ ਔਰੰਗਜ਼ੇਬ ਤੇ ਉਹਦੇ ਨਾਲ ਉੱਥੋਂ ਦੇ ਜੋ ਸਰਹੰਦ, ਜੋ ਉਸ ਸਮੇਂ ਬਿਲਕੁਲ ਨਾਲ ਇੱਕ ਸੂਬਾ ਸੀਗਾ, ਉਹਦੀ ਫੌਜ, ਲਾਹੌਰ ਦੀ ਫੌਜ, ਫਿਰ ਉੱਤੋਂ ਜੰਮੂ ਕਸ਼ਮੀਰ ਵੱਲੋਂ ਉਹਨਾਂ ਦੀ ਫੌਜ, ਇਸ ਤਰੀਕੇ ਨਾਲ ਇਹ ਸਾਰੇ ਰਲ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਨੰਦਪੁਰ ਦੇ ਉੱਪਰ ਹਮਲਾ ਕਰਦੇ ਨੇ। ਇਹ ਹਮਲਾ ਬੜਾ ਭਿਆਨਕ ਹੈ, ਬੜਾ ਖਤਰਨਾਕ ਹੈ। ਚਾਰੇ ਪਾਸਿਓਂ ਅਨੰਦਪੁਰ ਨੂੰ ਘੇਰ ਲਿਆ ਜਾਂਦਾ ਹੈ ਔਰ 7 ਮਹੀਨੇ ਤੱਕ ਉਹ ਘੇਰਾ ਪਾ ਕੇ ਰੱਖਦੇ ਨੇ। ਨਾ ਤਾਂ ਅੰਦਰ ਪਾਣੀ ਜਾਂਦਾ ਹੈ, ਨਾ ਰਸਦ ਜਾਂਦੀ ਹੈ, ਔਰ ਇੰਨਾ ਲੰਮਾ ਘੇਰਾ ਪੈਣ ਕਰਕੇ ਅੰਦਰ ਦਾ ਜੋ ਰਾਸ਼ਨ ਪਾਣੀ ਸੀ ਉਹ ਸਾਰਾ ਖਤਮ ਹੋ ਗਿਆ ਹੈ। ਇਤਿਹਾਸ ਵਿੱਚ ਤਾਂ ਇਹ ਲਿਖਿਆ ਵੀ ਮਿਲਦਾ ਹੈ ਕਿ ਕਦੇ-ਕਦੇ ਜੋ ਸਿੱਖ ਨੇ ਉਹ ਅੰਦਰੋਂ ਗਰੁੱਪ ਬਣਾ ਕੇ ਉਹ ਬਾਹਰ ਹਮਲਾ ਕਰਦੇ, ਜਿੱਥੇ ਰਸ਼ਦ ਪਾਣੀ ਹੁੰਦਾ ਉੱਤੇ ਅਟੈਕ ਕਰਦੇ ਤੇ ਬੜੀ ਜ਼ਬਰਦਸਤ ਤਰੀਕੇ ਦੇ ਨਾਲ, ਬੜੀ ਫੁਰਤੀ ਦੇ ਨਾਲ ਉੱਥੋਂ ਰਾਸ਼ਨ ਜੋ ਸੀਗਾ ਉਹ ਲੈ ਜਾਂਦੇ। ਪਰ ਇਹ ਸਾਰਾ ਕੁਝ ਨਾ ਜ਼ਿਆਦਾ ਸਮਾਂ ਨਿਕਲਣ ਵਾਲਾ ਨਹੀਂ ਸੀ। ਫਿਰ ਔਰੰਗਜ਼ੇਬ ਵੱਲੋਂ ਜੋ ਸਰਹੰਦ ਦਾ ਸੂਬੇਦਾਰ ਹੈ, ਉਹਦੇ ਵੱਲੋਂ ਔਰੰਗਜ਼ੇਬ ਦੇ ਨਾਂ ਦੇ ਉੱਤੇ ਇੱਕ ਚਿੱਠੀ ਤਿਆਰ ਕਰਵਾਈ ਜਾਂਦੀ ਹੈ। ਕੁਰਾਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ ਤੇ ਜੋ ਪਹਾੜੀ ਨੇ ਉਹਨਾਂ ਵੱਲੋਂ ਗਊ ਦੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਇਹ ਦਰਖਾਸਤ ਕੀਤੀ ਜਾਂਦੀ ਹੈ ਕਿ ਅਗਰ ਤੁਸੀਂ ਕਿਲੇ ਨੂੰ ਖਾਲੀ ਕਰ ਦਿਓ ਤਾਂ ਅਸੀਂ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ, ਤੁਹਾਨੂੰ ਬਾਇੱਜ਼ਤ ਜਾਣ ਦਿਆਂਗੇ। ਪਰ ਇਹ ਸਿਰਫ ਇੱਕ ਝੂਠ ਸੀ, ਇੱਕ ਫਰੇਬ ਸੀ। ਉਹ ਸਿਰਫ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਹ ਕਿਲੇ ਚੋਂ ਬਾਹਰ ਲਿਆਉਣਾ ਚਾਹੁੰਦੇ ਸੀ। ਬੇਸ਼ੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਹੱਕ ਵਿੱਚ ਨਹੀਂ ਸਨ, ਪਰ ਸਿੱਖ ਸੰਗਤਾਂ ਦੀਆਂ ਅਪੀਲਾਂ ਦਲੀਲਾਂ ਤੇ ਦੂਜਾ ਹੋਰ ਕੋਈ ਚਾਰਾ ਨਾ ਚੱਲਦਾ ਦੇਖ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਦਾ ਜੋ ਕਿਲਾ ਹੈ ਉਹ ਖਾਲੀ ਕੀਤਾ। ਜਦੋਂ ਅਨੰਦਪੁਰ ਦਾ ਕਿਲਾ ਖਾਲੀ ਕੀਤਾ ਜਾਂਦਾ ਹੈ ਤਾਂ ਉਹਨਾਂ ਸਾਰਿਆਂ ਭੇੜੀਆਂ ਵੱਲੋਂ, ਬੇਸ਼ੱਕ ਉਹ ਔਰੰਗਜ਼ੇਬ ਦੇ ਸਿਪਾਹ ਸਲਾਰ ਸਨ ਜਾਂ ਜੋ ਉਹ ਬਾਈ ਧਰ ਦੇ ਰਾਜੇ ਸਨ, ਉਹਨਾਂ ਸਾਰਿਆਂ ਵੱਲੋਂ ਇਕੱਠਾ ਜੋ ਹਮਲਾ ਹੈ ਉਹ ਗੁਰੂ ਸਾਹਿਬ ਦੀਆਂ ਸੰਗਤਾਂ ਉੱਤੇ, ਪਰਿਵਾਰ ਉੱਤੇ, ਸਾਰਿਆਂ ਉੱਤੇ ਕਰ ਦਿੱਤਾ ਜਾਂਦਾ ਹੈ। ਸਰਸਾ ਨਦੀ ਨੂੰ ਜਦੋਂ ਪਾਰ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਸਿੱਖ ਸੰਗਤਾਂ ਆਪਸ ਵਿੱਚ ਵਿਛੜ ਜਾਂਦੀਆਂ ਨੇ। ਛੋਟੇ ਸਾਹਿਬਜ਼ਾਦੇ ਅਲੱਗ ਹੋ ਜਾਂਦੇ ਨੇ, ਮਾਤਾ ਗੁਜਰ ਕੌਰ ਜੀ ਉਹਨਾਂ ਦੇ ਨਾਲ ਹੈ। ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੋ ਕਿ ਮੁਗਲ ਫੌਜਾਂ ਨੂੰ ਟੱਕਰ ਦਿੰਦੇ ਆ ਰਹੇ ਨੇ, ਔਰ ਭਾਈ ਬਾਕੀ ਸਾਰੇ ਸਿੱਖ ਜਦੋਂ ਨਦੀ ਨੂੰ ਪਾਰ ਕਰਦੇ ਨੇ, ਕ੍ਰੋਸ ਕਰਦੇ ਨੇ, ਤਾਂ ਉਹਦੇ ਵਿੱਚ ਬਹੁਤ ਸਾਰਾ ਜੋ ਕੀਮਤੀ ਸਮਾਨ ਹੈ ਉਹ ਵਹਿ ਜਾਂਦਾ ਹੈ। ਇੱਥੋਂ ਤੱਕ ਕਿ ਜੋ ਗੁਰੂ ਘਰ ਦੇ ਵਿੱਚ ਕਵੀਆਂ ਵੱਲੋਂ ਲਿਖੀਆਂ ਗਈਆਂ ਕਵਿਤਾਵਾਂ, ਹੋਰ ਸਾਹਿਤ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਲੋਂ ਤਿਆਰ ਕਰਵਾਇਆ ਗਿਆ ਸੀ, ਇਤਿਹਾਸ ਲਿਖਦਾ ਹੈ ਕਿ ਉਹ ਵੀ ਸਾਰਾ ਉਹ ਨਦੀ ਦੀ ਭੇਟ ਹੋ ਜਾਂਦਾ ਹੈ। ਪਰਿਵਾਰ ਵਿਛੜ ਜਾਂਦਾ ਹੈ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਦੋਨੋਂ ਮਾਤਾਵਾਂ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਪਹੁੰਚ ਜਾਂਦੀਆਂ ਨੇ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਨਾਲ, ਗੰਗੂ ਦੇ ਨਾਲ ਹੋ ਕੇ ਤੇ ਅਖੀਰ ਮੁਰਿੰਡੇ ਰਾਹੀਂ ਹੁੰਦੇ ਹੋਏ ਸਰਹੰਦ ਗ੍ਰਿਫਤਾਰ ਕਰ ਲਏ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ ਹੋਰ 40 ਸਿੱਖ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਕੱਚੀ ਗੜੀ ਨੂੰ ਹੀ ਆਪਣੀ ਲੜਾਈ ਦਾ ਮੈਦਾਨ ਬਣਾਉਂਦੇ ਨੇ। ਤੇ ਜਦੋਂ ਉਸ ਗੜੀ ਨੂੰ ਵੀ ਬਹੁਤ ਵੱਡੀ ਗਿਣਤੀ ਵਿੱਚ ਮੁਗਲਾਂ ਵੱਲੋਂ ਘੇਰ ਲਿਆ ਜਾਂਦਾ ਹੈ ਤੇ 5 ਦੇ ਜਥਿਆਂ ਦੇ ਵਿੱਚ ਉਹ ਕਿਲੇ ਚੋਂ, ਉਸ ਗੜੀ ਚੋਂ ਨਿਕਲ ਕੇ ਉਹਨਾਂ ਨਾਲ ਲੜਦੇ ਨੇ। ਔਰ ਉਸ ਲੜਾਈ ਦੇ ਵਿੱਚ
ਬਹੁਤ ਸਾਰੇ ਸਿੱਖ ਸ਼ਹੀਦ ਹੋ ਜਾਂਦੇ ਨੇ। ਦੋਨੋਂ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਇਸ ਜੰਗ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਜਾਂਦੇ ਨੇ। ਮੁਗਲਾਂ ਨਾਲ ਲੜਦੇ ਹੋਏ, ਉਹਨਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਆਪ ਵੀ ਉਸ ਅਕਾਲ ਦੇ ਪਹਾੜੇ ਵਿੱਚ ਸ਼ਹੀਦੀ ਦਾ ਜੋ ਜਾਮ ਨੇ ਉਹ ਪੀ ਜਾਂਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖਦੇ ਹੋਏ ਗੜੀ ਨੂੰ ਖਾਲੀ ਕਰਦੇ ਨੇ। ਨਾਰਾ ਲਾ ਕੇ ਕਿ ਹਿੰਦ ਦਾ ਪੀਰ ਜਾ ਰਿਹਾ ਹੈ, ਉਸ ਕਿਲੇ ਚੋਂ, ਗੜੀ ਚੋਂ, ਕੱਚੀ ਚੋਂ ਬਾਹਰ ਆਉਂਦੇ ਨੇ। ਸੰਗਤ ਸਿੰਘ ਜੀ ਉੱਥੇ ਰੁਕਦੇ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਤੋੜਾ ਲਾ ਕੇ ਉਹ ਉੱਥੇ ਬੈਠਦੇ ਨੇ ਤਾਂ ਕਿ ਉਹਨਾਂ ਨੂੰ ਇਹ ਭਰਮਾਇਆ ਜਾਏ ਕਿ ਗੁਰੂ ਸਾਹਿਬ ਗੜੀ ਵਿੱਚ ਨੇ। ਫਿਰ ਮੁਗਲਾਂ ਦੇ ਹੱਥ ਕੁਛ ਨਹੀਂ ਆਉਂਦਾ। ਉਹ ਸੋਚਦੇ ਨੇ ਕਿ ਅਸੀਂ ਜਿੱਤ ਗਏ ਹਾਂ, ਪਰ ਜਦੋਂ ਦੇਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਉਹਨਾਂ ਦੀ ਗ੍ਰਿਫਤ ਵਿੱਚ ਨਹੀਂ ਆਏ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ, ਤਰ੍ਹਾਂ ਤਰ੍ਹਾਂ ਦੇ ਕਸ਼ਟ ਸਹਾਰਦੇ ਹੋਏ, ਉਹ ਤਕਲੀਫਾਂ ਝੱਲਦੇ ਹੋਏ ਪਾਤਸ਼ਾਹ ਜੀ ਫਿਰ ਅਖੀਰ ਦੇ ਵਿੱਚ ਮੁਕਤਸਰ ਦੀ ਲੜਾਈ ਹੁੰਦੀ ਹੈ। ਔਰ ਇਹ ਮੁਕਤਸਰ ਦੀ ਲੜਾਈ ਐਸੀ ਹੈ ਜਿਹਨੂੰ ਆਪਾਂ ਖਦਰਾਣੇ ਦੀ ਢਾਬ ਵੀ ਕਹਿੰਦੇ ਹਾਂ। ਇਹਦੇ ਵਿੱਚ ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਗਵਾ ਚੁੱਕੇ ਨੇ, ਆਪਣੇ ਸਹਿਜਾਦਿਆਂ ਨੂੰ ਉਹ ਗਵਾ ਚੁੱਕੇ ਨੇ, ਪਰ ਫਿਰ ਵੀ ਸੰਗਤਾਂ ਹੁਮ ਹੁਮਾ ਕੇ ਮਾਝੇ ਤੋਂ, ਮਾਲਵੇ ਤੋਂ ਗੁਰੂ ਸਾਹਿਬ ਦੀ ਕਮਾਨ ਹੇਠ ਦੁਬਾਰਾ ਇਕੱਠੀਆਂ ਹੁੰਦੀਆਂ ਨੇ। ਜਿੱਥੇ ਵੀ ਖਬਰਾਂ ਪਹੁੰਚਦੀਆਂ ਨੇ, ਜਿੱਥੇ ਵੀ ਪਤਾ ਲੱਗਦਾ ਹੈ, ਉਹ ਸਾਰੇ ਇਕੱਠੇ ਹੋ ਕੇ ਹਥਿਆਰ ਲੈ ਕੇ, ਘੋੜੇ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਉਹ ਸਾਰੇ ਆਪਣੇ ਨਗਰਾਂ ਤੋਂ ਭੱਜੇ ਆਉਂਦੇ ਨੇ। ਤੇ ਜਦੋਂ ਖਿਦਰਾਣੇ ਦੀ ਢਾਬ ਨੂੰ ਗੁਰੂ ਗੋਬਿੰਦ ਸਿੰਘ ਜੀ ਲੜਾਈ ਵਾਸਤੇ ਚੁਣਦੇ ਨੇ, ਕਿਉਂਕਿ ਉਹ ਢਾਬ ਦੇ ਉੱਤੇ ਪਾਣੀ ਹੈ ਤੇ ਬਾਕੀ ਸਾਰੇ ਥਾਵਾਂ ਦੇ ਉੱਤੇ ਉਹ ਮਾਰੂਥਲ ਹੈ, ਰੇਗਿਸਤਾਨ ਹੈ, ਯਾਨੀ ਕਿ ਉਹਨਾਂ ਦਿਨਾਂ ਦੇ ਵਿੱਚ ਉੱਥੇ ਕੋਈ ਵੀ ਹਰਿਆਵਲ ਨਹੀਂ ਸੀ ਹੁੰਦੀ। ਪੂਰਾ ਮਾਲਵਾ ਇੱਥੇ ਬੜਾ ਸੋਕਾ ਸੀਗਾ ਤੇ ਉਹ ਪਾਣੀ ਜਿਹਦੇ ਕਬਜ਼ੇ ਵਿੱਚ ਸੀ ਉਸੇ ਦੀ ਹੀ ਫਤਿਹ ਹੋਣੀ ਸੀ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਟਿੱਬੇ ਦੇ ਉੱਤੇ ਕਬਜ਼ਾ ਕਰ ਲੈਂਦੇ ਨੇ ਤੇ ਉਹ ਸਾਰੇ ਜੋ ਮੁਗਲਈ ਨੇ ਉਹ ਗੁਰੂ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਇੱਥੇ ਘਟਨਾ ਹੋਰ ਵਾਪਰਦੀ ਹੈ। ਜੋ 40 ਸਿੱਖ ਮਾਝੇ ਤੋਂ ਚੱਲ ਕੇ ਭਾਈ ਮਹਾਂ ਸਿੰਘ ਜੀ ਤੇ ਮਾਈ ਭਾਗ ਕੌਰ ਦੀ ਅਗਵਾਈ ਦੇ ਵਿੱਚ ਆ ਰਹੇ ਸਨ, ਉਹ 40 ਸਿੰਘਾਂ ਦਾ ਜੋ ਟਾਕਰਾ ਹੈ ਉਹ ਪਹਿਲਾਂ ਇਹਨਾਂ ਮੁਗਲਾਂ ਨਾਲ ਹੋ ਜਾਂਦਾ ਹੈ। ਗੁਰੂ ਸਾਹਿਬ ਉਸ ਟਿੱਬੇ ਤੋਂ ਤੀਰਾਂ ਦੇ ਨਾਲ ਉਹਨਾਂ ਮੁਗਲਾਂ ਨੂੰ ਭੁੰਨਦੇ ਨੇ, ਪਰ ਉਸ ਜੰਗ ਦੇ ਵਿੱਚ ਉਹ 40 ਸਿੰਘ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ। ਪਰ ਜਦੋਂ ਲੜਾਈ ਹੁੰਦੀ ਹੈ ਤੇ ਉਹ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੁਗਲਾਂ ਨੂੰ ਕਰਾਰੀ ਹਾਰ ਦਿੰਦੇ ਨੇ। 250-300 ਬੰਦਾ ਮਰਵਾ ਕੇ ਆਖਰ ਉਹਨਾਂ ਦੀਆਂ ਫੌਜਾਂ ਵਾਪਸ ਮੁੜ ਜਾਂਦੀਆਂ ਨੇ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਵੱਡੀ ਜਿੱਤ ਸੀ। ਫਿਰ ਇਸ ਤੋਂ ਬਾਅਦ ਪਾਤਸ਼ਾਹ ਜੀ ਮਾਲਵੇ ਨੂੰ ਚੁਣਦੇ ਨੇ ਤੇ ਮਾਲਵੇ ਵਿੱਚ ਜਾ ਕੇ ਤਲਵੰਡੀ ਸਾਬੋ ਕੀ ਬਠਿੰਡੇ ਦੇ ਪਾਸ ਉੱਥੇ ਰਹਿੰਦੇ ਨੇ। ਉਹ ਜੋ ਇਲਾਕਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸਿੱਖਾਂ ਦਾ ਹੈ। ਉਹ ਲੋਕ ਜੋ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਉਹ ਹਰ ਤਰ੍ਹਾਂ ਦੀ ਮਦਦ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੰਦੇ ਨੇ। ਉਹ ਸਾਰੇ ਬਰਾੜ ਤੇ ਹੋਰ ਧਾਲੀਵਾਲ ਜਿੰਨੇ ਵੀ ਉੱਥੇ ਦੇ ਵਸਣ ਵਾਲੀਆਂ ਸੰਗਤਾਂ ਨੇ, ਉਹ ਜਿੰਨੇ ਵੀ ਛੋਟੇ ਮੋਟੇ ਰਾਜੇ ਨੇ, ਭਾਈ ਡੱਲ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਨਗਰ ਵਿੱਚ ਲੈ ਕੇ ਜਾਂਦੇ ਨੇ ਤਲਵੰਡੀ, ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਅੰਤ ਸੇਵਾ ਕਰਦੇ। ਹੁਣ ਇਹ ਸਮਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਬੇਸ਼ੱਕ ਉਹਨਾਂ ਦੇ 4 ਪੁੱਤਰ ਸ਼ਹੀਦ ਹੋ ਚੁੱਕੇ ਨੇ, ਉਹਨਾਂ ਦੀ ਮਾਤਾ ਵੀ ਸ਼ਹੀਦ ਹੋ ਚੁੱਕੀ ਹੈ ਤੇ ਹੋਰ ਉਹਨਾਂ ਦੇ ਪਿਆਰੇ 5 ਪਿਆਰਿਆਂ ਵਿੱਚੋਂ ਵੀ ਪਿਆਰੇ ਸ਼ਹੀਦ ਹੋ ਚੁੱਕੇ ਨੇ ਤੇ ਬਹੁਤ ਸਾਰੀ ਜੋ ਸੰਗਤ ਹੈ ਸਿੱਖ ਨੇ ਉਹ ਵੀ ਜੰਗ ਵਿੱਚ ਸ਼ਹੀਦ ਹੋ ਗਏ ਸਨ। ਪਰ ਹੁਣ ਨਵੇਂ ਸਿਰੇ ਤੋਂ ਜੋ ਸੰਗਤਾਂ ਨੇ ਉਹ ਗੁਰੂ ਘਰ ਵਿੱਚ ਜੁੜਦੀਆਂ ਸ਼ੁਰੂ ਹੁੰਦੀਆਂ ਨੇ। ਗੁਰੂ ਸਾਹਿਬ ਮੁਕਤਸਰ ਦੀ ਜੰਗ ਜਿੱਤਣ ਤੋਂ ਬਾਅਦ ਔਰੰਗਜ਼ੇਬ ਨੂੰ ਫਤਿਹ ਦੀ ਚਿੱਠੀ ਲਿਖਦੇ ਨੇ, ਜਿਸ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ। ਤੇ ਭਾਈ ਦਇਆ ਸਿੰਘ ਜੀ ਇਹ ਜ਼ਫਰਨਾਮਾ ਲੈ ਕੇ ਦੀਨੇ ਕਾਂਗੜ ਤੋਂ ਔਰੰਗਜ਼ੇਬ ਦੇ ਕੋਲ ਪਹੁੰਚਦਾ ਹੈ, ਜੋ ਕਿ ਉਸ ਸਮੇਂ ਦੱਖਣ ਦੇ ਵਿੱਚ, ਦੱਖਣੀ ਭਾਰਤ ਵਿੱਚ। ਸੋ ਉਹ ਜੋ ਚਿੱਠੀ ਔਰੰਗਜ਼ੇਬ ਨੂੰ ਪਹੁੰਚਦੀ ਹੈ ਤਾਂ ਉਹਦਾ ਅੰਦਰਲਾ ਆਪਾ ਕੰਮ ਉੱਠਦਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਹਜ਼ਾਰਾਂ ਸਿੱਖ ਫਿਰ ਆ ਕੇ ਇਕੱਠੇ ਹੁੰਦੇ ਨੇ। ਵਿਸਾਖੀ ਦਾ ਜੋ ਉਤਸਵ ਆ ਰਿਹਾ ਹੈ
ਉਹਦੇ ਉੱਪਰ ਦੂਰੋਂ ਨੇੜਿਓਂ ਮਾਲਵੇ ਤੋਂ, ਮਾਝੇ ਤੋਂ, ਦੁਆਬੇ ਤੋਂ, ਹਰ ਥਾਂ ਤੋਂ ਜੋ ਸੰਗਤ ਹੈ ਉਹ ਪਹੁੰਚਣੀ ਸ਼ੁਰੂ ਹੁੰਦੀ ਹੈ। ਸ਼ਾਸਤਰ ਘੋੜੇ ਲੈ ਕੇ, ਨਜ਼ਰਾਨੇ ਲੈ ਕੇ ਜੋ ਸਿੱਖ ਨੇ ਉਹ ਗੁਰੂ ਕੋਲ ਪਹੁੰਚਦੇ ਨੇ। ਗੁਰੂ ਸਾਹਿਬ ਜੀ ਦੀ ਜੋ ਸ਼ਕਤੀ ਉਹ ਅੱਗੇ ਨਾਲੋਂ ਵੀ ਵੱਧ ਜਾਂਦੀ ਹੈ। ਉਹਨਾਂ ਦੇ ਕੋਲ ਹਰ ਤਰ੍ਹਾਂ ਦਾ ਸਾਜੋ ਸਮਾਨ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਇਸ ਸਮੇਂ ਨੂੰ ਬੜੇ ਸ਼ਾਂਤ ਤਰੀਕੇ ਦੇ ਨਾਲ ਵਰਤਦੇ ਨੇ ਸਿੱਖਾਂ ਦੀ ਸਿਖਲਾਈ ਵਾਸਤੇ। ਤੇ ਦੂਜਾ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੀੜ ਤਿਆਰ ਕਰਦੇ ਨੇ। ਇੱਕ ਬੀੜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸੰਪਾਦਨ ਕਰਕੇ ਦੇ ਗਏ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ, ਗੁਰੂ ਅਰਜਨ ਸਾਹਿਬ ਜੀ ਤੋਂ ਬਾਅਦ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ ਸੀ, ਉਹ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਲਵੰਡੀ ਸਾਬੋ ਕੇ ਵਿਖੇ ਹੀ ਸੰਪਾਦਨ ਕਰਦੇ ਨੇ। ਭਾਈ ਮਨੀ ਸਿੰਘ ਜੀ ਉਹ ਸੰਪਾਦਨਾ ਦਾ ਕਾਰਜ ਕਰਦੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਲਵੇ ਪਹੁੰਚੇ ਨੇ ਤਲਵੰਡੀ ਸਾਬੋ ਕੇ, ਤੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਦਿੱਲੀ ਤੋਂ ਉੱਥੇ ਬੁਲਾ ਲਿਆ ਸੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ। ਤਾਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਵੇਂ ਹੀ ਦੀਵਾਨ ਜਿਵੇਂ ਆਨੰਦਪੁਰ ਦੇ ਵਿੱਚ ਲੱਗਦੇ ਸਨ, ਉਸੇ ਤਰੀਕੇ ਨਾਲ ਇੱਥੇ ਦੀਵਾਨ ਲੱਗਦੇ ਨੇ। ਗੁਰੂ ਸਾਹਿਬ ਸੰਗਤਾਂ ਨੂੰ ਸੰਬੋਧਨ ਕਰਦੇ ਨੇ, ਨਿਤਨੇਮ ਦੇ ਜੋ ਨਾਲ ਜੋੜਦੇ ਨੇ, ਬਾਣੀ ਦੇ ਨਾਲ ਜੋੜਦੇ ਨੇ। ਔਰ ਉਹਨਾਂ ਨੇ ਛੋਟੇ ਛੋਟੇ ਉੱਥੇ ਪ੍ਰਚਾਰਕ ਦੌਰੇ ਵੀ ਕੀਤੇ ਨੇ, ਲਾਗੇ ਦੇ ਪਿੰਡਾਂ ਦੇ ਵਿੱਚ ਗੁਰੂ ਸਾਹਿਬ ਵਿਚਰਦੇ ਰਹੇ ਨੇ ਔਰ ਉਹਨਾਂ ਦੇ ਉੱਤੇ ਅਨੇਕਾਂ ਰਹਿਮਤਾਂ ਤੇ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੀਆਂ। ਫਿਰ ਜਦੋਂ ਔਰੰਗਜ਼ੇਬ ਨੂੰ ਉਹ ਫਤਿਹ ਦੀ ਚਿੱਠੀ ਪਹੁੰਚਦੀ ਹੈ, ਜਫਰਨਾਮਾ ਪਹੁੰਚਦਾ ਹੈ, ਤਾਂ ਔਰੰਗਜ਼ੇਬ ਆਪਣੇ ਕੀਤਿਆਂ ਗੁਨਾਹਾਂ ਤੋਂ ਕੰਬ ਉੱਠਦਾ ਹੈ, ਉਹ ਤੋਬਾ ਕਰ ਉੱਠਦਾ ਹੈ। ਹੁਣ ਉਹ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਜਾਏ। ਇਸ ਵਾਸਤੇ ਔਰੰਗਜ਼ੇਬ ਲਿਖ ਭੇਜਦਾ ਹੈ, ਸੰਦੇਸ਼ਾ ਭੇਜਦਾ ਹੈ, ਜੋ ਕਿ 9 ਮਹੀਨੇ ਬਾਅਦ ਮਾਲਵੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚਦਾ ਹੈ। ਭਾਈ ਦਇਆ ਸਿੰਘ ਜੀ ਤੇ ਨਾਲ ਔਰੰਗਜ਼ੇਬ ਵੱਲੋਂ ਭੇਜੇ ਬੰਦੇ ਉੱਥੇ ਜਾ ਕੇ ਗੁਰੂ ਸਾਹਿਬ ਜੀ ਨੂੰ ਉਹ ਸੁਨੇਹਾ ਦਿੰਦੇ ਨੇ, ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਤੁਹਾਨੂੰ ਮਿਲਣਾ ਚਾਹੁੰਦਾ ਹੈ। ਔਰ ਔਰੰਗਜ਼ੇਬ ਕਿਉਂਕਿ ਦੱਖਣ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਵੀ ਇਸ ਤਰ੍ਹਾਂ ਦਾ ਇਰਾਦਾ ਨਹੀਂ ਸੀਗਾ, ਪਰ ਔਰੰਗਜ਼ੇਬ ਦੇ ਇਹ ਇੱਛਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਜੋ ਵੀ ਪੰਜਾਬ ਦੇ ਵਿੱਚ ਜ਼ੁਲਮ ਹੋਇਆ ਹੈ, ਜੋ ਵੀ ਅਤਿਆਚਾਰ ਹੋਏ ਨੇ, ਜਾਂ ਜੋ ਵੀ ਵਧੀਕੀਆਂ ਗੁਰੂ ਘਰ ਦੇ ਨਾਲ ਕੀਤੀਆਂ ਗਈਆਂ ਨੇ, ਉਹਦੇ ਉੱਤੇ ਕੋਈ ਰਜਾਮੰਦੀ ਜਾਂ ਕੋਈ ਸਹਿਮਤੀ ਉਹ ਪ੍ਰਗਟ ਕਰਨੀ ਚਾਹੁੰਦਾ ਸੀਗਾ। ਇਸ ਵਾਸਤੇ ਹੀ ਉਸਨੇ ਮਿਲਣ ਦੀ ਜੋ ਇੱਛਾ ਹੈ ਉਹ ਜ਼ਾਹਰ ਕੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਲਵੇ ਤੋਂ ਚੱਲਦੇ ਨੇ ਤੇ ਦੱਖਣ ਵਿੱਚ ਉਹਨਾਂ ਨੇ ਪਹੁੰਚਣਾ ਹੈ, ਪਰ ਜਦੋਂ ਦਿੱਲੀ ਦੇ ਕੋਲ ਹੀ ਆਉਂਦੇ ਨੇ ਤਾਂ ਖਬਰ ਮਿਲਦੀ ਹੈ ਕਿ ਜੋ ਔਰੰਗਜ਼ੇਬ ਹੈ ਉਹ ਇਸ ਸੰਸਾਰ ਤੋਂ ਚਲਾ ਗਿਆ ਹੈ। ਤਾਂ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਦਦ ਲਈ ਗੁਹਾਰ ਲਗਾਉਂਦਾ ਹੈ। ਉਹ ਜਦੋਂ ਬਹਾਦਰ ਸ਼ਾਹ ਗੱਦੀ ਤੇ ਬੈਠ ਜਾਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਬਹਾਦਰ ਸ਼ਾਹ ਦੱਖਣ ਵੱਲ ਨੂੰ ਜਾਂਦੇ ਨੇ ਔਰ ਸ਼ਾਇਦ ਕਿਸੇ ਗੱਲ ਤੇ ਸਹਿਮਤੀ ਬਣ ਸਕੇ, ਗੁਰੂ ਸਾਹਿਬ ਵੀ ਨਾਲ ਚੱਲ ਪੈਂਦੇ ਨੇ। ਪਰ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਬਹਾਦਰ ਸ਼ਾਹ ਹੁਣ ਆਪਣੇ ਕੀਤੇ ਕਰਾਰਾਂ ਤੋਂ ਜਾਂ ਕੌਲਾਂ ਤੋਂ ਮੁੱਕਰ ਰਿਹਾ ਹੈ ਔਰ ਉਹ ਉਸ ਤੋਂ ਕੰਨੀ ਕਤਰਾ ਰਿਹਾ ਹੈ, ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੱਖਣ ਵਿੱਚ ਉਸ ਤੋਂ ਅਲੱਗ ਹੋ ਜਾਂਦੇ ਨੇ। ਤੇ ਬੰਦਾ ਸਿੰਘ ਬਹਾਦਰ, ਜਿਹਨੂੰ ਮਾਧੋਦਾਸ ਬੈਰਾਗੀ ਕਿਹਾ ਜਾਂਦਾ ਹੈ, ਔਰ ਮਾਧੋਦਾਸ ਬੈਰਾਗੀ ਦੇ ਡੇਰੇ ਜਾਂਦੇ ਨੇ, ਉਹਨੂੰ ਔਰੰਗਜ਼ੇਬ ਵੱਲੋਂ ਕੀਤੇ ਜ਼ੁਲਮ, ਬੱਚਿਆਂ ਤੇ ਢਾਇਆ ਤਸੱਦਦ ਦੱਸਿਆ ਜਾਂਦਾ ਹੈ। ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਦੇ ਨਾਲ, ਗੁਰਬਾਣੀ ਦੇ ਨਾਲ ਲਾਗ ਲਾ ਕੇ ਉਹਨੂੰ ਸੰਪੂਰਨ ਗੁਰਸਿੱਖ ਬਣਾ ਦਿੰਦੇ ਨੇ ਤੇ ਉਹਨੂੰ ਖੰਡੇ ਦੀ ਪਹੁਲ ਦੇ ਕੇ ਬੰਦਾ, ਕਿਉਂਕਿ ਉਹਨੇ ਕਿਹਾ ਸੀ ਮੈਂ ਤੁਹਾਡਾ ਬੰਦਾ ਆ, ਤੇ ਉਹਨੂੰ ਫਿਰ ਬੰਦਾ ਸਿੰਘ ਬਹਾਦਰ ਬਣਾ ਦਿੰਦੇ। ਬੰਦਾ ਸਿੰਘ ਖੰਡਾ ਲੈ ਕੇ ਪੰਜਾਬ ਵੱਲ ਚੱਲਦਾ ਹੈ, ਗੁਰੂ ਸਾਹਿਬ ਤੋਂ ਸ਼ਸਤਰ ਲੈਂਦਾ ਹੈ, ਗੁਰੂ ਸਾਹਿਬ ਤੋਂ ਆਗਿਆ ਲੈਂਦਾ ਹੈ ਤੇ ਪੰਜਾਬ ਵਿੱਚ ਜੋ ਜ਼ੁਲਮ ਵਜ਼ੀਰ ਖਾਨ ਨੇ ਕੀਤੇ ਸਨ ਉਹਨਾਂ ਦਾ ਹਿਸਾਬ ਕਿਤਾਬ ਲੈਣ ਦੇ ਲਈ ਉਹ ਚੱਲ ਪੈਂਦਾ ਹੈ। ਔਰ ਬੰਦੇ ਨੇ ਵਾਕਿਆ ਹੀ ਪੰਜਾਬ ਵਿੱਚ ਆ ਕੇ ਖੰਡਾ ਖੜਕਾਇਆ, ਜੋ ਜ਼ੁਲਮ ਕੀਤੇ ਸਨ
ਉਹ ਕੱਲੇ ਤੋਂ ਉਸਦਾ ਹਿਸਾਬ ਮੰਗਿਆ ਗਿਆ। ਪਰ ਇੱਕ ਸਮਾਂ ਉਹ ਵੀ ਆਇਆ ਜਦੋਂ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਸੁਤੰਤਰ ਰਾਜ ਸਥਾਪਿਤ ਕਰ ਦਿੱਤਾ। ਅਜੇ ਬੰਦਾ ਸਿੰਘ ਦੱਖਣ ਵਿੱਚ ਹੀ ਕੀ ਘਟਨਾ ਵਾਪਰਦੀ ਹੈ ਕਿ ਵਜ਼ੀਰ ਖਾਨ, ਜਿਸ ਨੂੰ ਇਹ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਦੇ ਨਾਲ ਸੁਲਹ ਸਫਾਈ ਹੋ ਗਈ ਤਾਂ ਮੇਰੀ ਅਹੁਦਾ ਜਾ ਸਕਦਾ ਹੈ, ਮੇਰੀ ਵਜ਼ਾਰਤ ਜਾ ਸਕਦੀ ਹੈ, ਜਾਂ ਮੇਰੇ ਉੱਤੇ ਮੈਨੂੰ ਕੈਦ ਹੋ ਸਕਦੀ ਹੈ। ਉਹ ਇਹ ਸਾਰੀਆਂ ਗੱਲਾਂ ਤੋਂ ਘਬਰਾ ਕੇ 2 ਪਠਾਨ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਲਾ ਦਿੰਦਾ ਹੈ ਤੇ ਉਹ ਪਠਾਨ ਸਿੱਖਾਂ ਵਿੱਚ ਘੁਲ ਮਿਲ ਜਾਂਦੇ ਨੇ, ਦੀਵਾਨ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਨੇ ਤੇ ਇੱਕ ਦਿਨ ਸਮਾਂ ਪਾ ਕੇ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹਮਲਾ ਕਰਦੇ ਨੇ। ਖੰਜਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਖੱਬੀ ਵੱਖੀ ਦੇ ਵਿੱਚ ਦਿਲ ਤੋਂ ਥੱਲੇ ਬੜੇ ਜ਼ੋਰ ਦੇ ਨਾਲ ਖੁੱਭਦਾ ਏ, ਪਰ ਗੁਰੂ ਗੋਬਿੰਦ ਸਿੰਘ ਉਸੇ ਵੇਲੇ ਆਪਣੀ ਕਟਾਰ ਦੇ ਨਾਲ ਉਸ ਪਠਾਨ ਨੂੰ ਪਾਰ ਉਤਾਰ ਦਿੰਦੇ ਨੇ। ਦੂਜੇ ਪਠਾਨ ਨੂੰ, ਜੋ ਸਿੱਖ ਆਵਾਜ਼ ਸੁਣ ਕੇ, ਸ਼ੋਰ ਸੁਣ ਕੇ ਆਉਂਦੇ ਨੇ, ਉਹ ਪਾਰ ਬੁਲਾ ਦਿੰਦੇ ਨੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋ ਫੱਟ ਹੈ ਉਹ ਕਾਫੀ ਡੂੰਘਾ ਲੱਗ ਜਾਂਦਾ ਹੈ। ਬਹਾਦਰ ਸ਼ਾਹ ਤੱਕ ਖਬਰ ਪਹੁੰਚਾਈ ਜਾਂਦੀ ਹੈ। ਬਹਾਦਰ ਸ਼ਾਹ ਆਪਣੇ ਮੁਲਾਜ਼ਮ, ਆਪਣੇ ਹਕੀਮ ਤੇ ਇੱਕ ਉਹਨਾਂ ਵਿੱਚ ਉਦੋਂ ਡਾਕਟਰ ਸੀ, ਡਾਕਟਰ ਕੋਲ, ਜੋ ਬਹਾਦਰ ਸ਼ਾਹ ਦੇ ਕੋਲ ਸੀ, ਉਹਨਾਂ ਨੂੰ ਭੇਜਿਆ ਜਾਂਦਾ ਹੈ। ਜ਼ਖਮ ਨੂੰ ਸਾਫ਼ ਕੀਤਾ ਜਾਂਦਾ ਹੈ, ਫੱਟ ਨੂੰ ਸੀਤਾ ਜਾਂਦਾ ਹੈ। ਪਰ ਕੁਝ ਸਮੇਂ ਬਾਅਦ ਜਦੋਂ ਪਾਤਸ਼ਾਹ ਜੀ ਇੱਕ ਕਮਾਨ ਚੜਾਉਂਦੇ ਨੇ ਤਨੁੱਖ ਦੇ ਉੱਤੇ, ਤਾਂ ਉਸ ਸਮੇਂ ਉਹ ਜ਼ਖਮ ਵਿੱਚੋਂ ਫਿਰ ਜੋ ਖੂਨ ਹੈ ਉਹ ਆਪ ਮੁਹਾਰੇ ਵਗਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਫੱਟ ਡੂੰਘਾ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਰੱਬੀ ਜੋਤ ਦੇ ਵਿੱਚ ਸਮਾ ਜਾਂਦੇ ਨੇ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋ ਚਿੱਖਾ ਹੈ ਉੱਥੇ ਚੰਦਨ ਦੀ ਤਿਆਰ ਕੀਤੀ ਜਾਂਦੀ ਹੈ। ਮਾਈ ਭਾਗ ਕੌਰ ਹੋਰ ਪਤਵੰਤੇ ਸੱਜਣ ਗੁਰੂ ਸਾਹਿਬ ਜੀ ਦਾ ਸੰਸਕਾਰ ਕਰਦੇ ਨੇ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਉਮਰ ਬਚਪਨ ਤੋਂ ਲੈ ਕੇ ਅਖੀਰ ਤੱਕ ਪਹਿਲਾਂ ਆਪਣੇ ਪਿਤਾ ਜੀ, ਫਿਰ ਆਪਣਾ ਪਰਿਵਾਰ, ਆਪਣੇ ਬੱਚੇ, ਫਿਰ ਆਪਣੀ ਮਾਤਾ ਤੇ ਅਖੀਰ ਆਪਣਾ ਆਪ ਵੀ ਇਸ ਕੌਮ ਤੋਂ ਕੁਰਬਾਨ ਕਰ ਦਿੱਤਾ। ਇਸ ਜਨਤਾ ਵਾਸਤੇ, ਇਸ ਲੋਕਾਈ ਵਾਸਤੇ ਉਹਨਾਂ ਨੇ ਜ਼ੁਲਮ ਨਾਲ ਟੱਕਰ ਲੈ ਕੇ ਉਸ ਰੱਬੀ ਪੈਗਾਮ, ਪਰਮਾਤਮਾ ਦੀ ਉਸ ਰੱਬੀ ਬਾਣੀ ਨੂੰ ਘਰ ਘਰ ਤੱਕ ਪਹੁੰਚਾਇਆ। ਜ਼ੁਲਮ ਦੇ ਖਿਲਾਫ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਐਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ 100 ਵਾਰ ਵੀ ਨਮਨ ਕਰੀਏ ਤਾਂ ਉਹ ਥੋੜ੍ਹਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ, ਉਹਨਾਂ ਦੇ ਉੱਪਰ ਚੱਲ ਕੇ ਅਸੀਂ ਉਹਨਾਂ ਦੇ ਜੋ ਹੱਥ ਤੇ ਪਰਉਪਕਾਰ ਕੀਤੇ ਨੇ, ਅਸੀਂ ਉਹਨਾਂ ਦੇ ਪਰਉਪਕਾਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਪਰ ਆਪਣੇ ਜੀਵਨ ਦਾ ਭਲਾ ਕਰ ਸਕਦੇ ਹਾਂ। ਆਪਣੇ ਜੀਵਨ ਨੂੰ ਸਵਾਰੀਏ, ਆਪਣੇ ਜੀਵਨ ਨੂੰ ਸੋਹਣਾ ਬਣਾਈਏ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਸਿੱਖਿਆ ਲਈਏ। ਸੋ ਇਸ ਦੇ ਨਾਲ ਹੀ ਸਮਾਪਤੀ ਹੈ ਜੀ। ਭੁੱਲ ਚੁੱਕ ਦੀ ਖਿਮਾ, ਅਖੀਰ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।